ਗਣਿਤ ਦਾ ਮਾਹਰ ਮੋਸਟ ਵਾਂਟਿਡ ਸੀਰੀਅਲ ਕਿਲਰ 18 ਸਾਲ ਕਿਵੇਂ ਬਚਿਆ ਰਿਹਾ, ਫਿਰ ਕਿਹੜੀ ਗਲਤੀ ਕਰਕੇ ਫੜਿਆ ਗਿਆ, ਜਾਣਾਂਗੇ ਇਸ ਖਾਸ ਰਿਪੋਰਟ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਫਤਿਹ ਮੀਡੀਆ 5। ਯੂਨਾ ਬੌਂਬਰ ਇੰਨਾ ਸ਼ਾਤਰ ਸੀ ਕਿ ਅਮਰੀਕੀ ਜਾਂਚ ਏਜੰਸੀਆਂ ਕਰੀਬ 18 ਸਾਲ ਉਸ ਦੀ ਤਲਾਸ਼ ਵਿੱਚ ਜੁਟੀਆਂ ਰਹੀਆਂ ਪਰ ਕਾਮਯਾਬ ਨਾ ਹੋ ਸਕੀਆਂ। ਬਿਨਾਂ ਕੋਈ ਸਬੂਤ ਛੱਡੇ ਉਹ ਜਾਂਚ ਏਜੰਸੀਆਂ ਨੂੰ ਚਕਮਾ ਦੇਣ ਦੇ ਵਿੱਚ ਇੰਨਾ ਮਾਹਰ ਸੀ ਪਰ ਅਖੀਰ ਆਪਣੀ ਹੀ ਗਲਤੀ ਕਰਕੇ ਫੜਿਆ ਵੀ ਗਿਆ। BBC ਨੇ 30 ਸਾਲ ਪਹਿਲਾਂ ਯੂਨਾ ਬੌਂਬਰ ਦੀ ਗ੍ਰਿਫਤਾਰੀ ਰਿਪੋਰਟ ਕੀਤੀ ਸੀ, ਜੋ ਇੱਕ ਬੇਮਿਸਾਲ ਗਣਿਤਕਾਰ ਸੀ ਪਰ ਕਰੀਬ 2 ਦਹਾਕਿਆਂ ਤੱਕ ਦਹਿਸ਼ਤ ਫੈਲਾਉਣ ਤੋਂ ਬਾਅਦ ਅਖੀਰ ਆਪਣੀ ਇੱਕ ਗਲਤੀ ਕਰਕੇ ਅਮਰੀਕੀ ਜਾਂਚ ਏਜੰਸੀਆਂ ਦੇ ਅੜਿੱਕੇ ਚੜ੍ਹ ਗਿਆ। 3 ਅਪ੍ਰੈਲ 1996 ਨੂੰ ਅਮਰੀਕੀ ਏਜੰਟਾਂ ਨੇ ਮੋਨਟਾਨਾ ਦੇ ਜੰਗਲਾਂ ਵਿੱਚ ਲੱਕੜ ਦੇ ਘਰ ਨੂੰ ਘੇਰਾ ਪਾਇਆ ਤੇ ਥੀਓਡਰ ਟੇਡ ਕਜ਼ੈਂਸਕੀ ਨੂੰ ਬਾਹਰ ਕੱਢਿਆ, ਜੋ ਹੁਣ ਤੱਕ ਲੋਕਾਂ ਦੀ ਯਾਦ ਵਿੱਚ ਵਾਂਟਿਡ ਪੋਸਟਰ ਵਿੱਚ ਨਜ਼ਰ ਆਉਣ ਵਾਲੇ ਹੁੱਡੀ ਤੇ ਕਾਲਾ ਚਸ਼ਮਾ ਪਾਏ ਇੱਕ ਸ਼ਖਸ ਵਜੋਂ ਦਰਜ ਸੀ। ਲਗਭਗ 18 ਸਾਲ ਤੱਕ ਯੂਨਾ ਬੌਂਬਰ ਅਮਰੀਕਾ ਦੇ ਮੋਸਟ ਵਾਂਟਿਡ ਅਪਰਾਧੀਆਂ ਦੇ ਵਿੱਚ ਸ਼ੁਮਾਰ ਸੀ, ਇੱਕ ਅਜਿਹਾ ਰਹੱਸਮਈ ਸ਼ਖਸ ਜਿਸ ਵੱਲੋਂ ਬਿਨਾਂ ਕਿਸੇ ਸਪਸ਼ਟ ਮਕਸਦ ਜਾਂ ਫਿਰ ਰੈਗੂਲਰ ਪੈਟਰਨ ਦੇ ਮੁਤਾਬਿਕ ਪਾਰਸਲ ਬੰਬ ਭੇਜੇ ਜਾਂਦੇ ਸਨ। ਪਰ ਅਖੀਰ ਦੇ ਵਿੱਚ ਉਸ ਵੱਲੋਂ ਲਿਖਿਆ ਲੇਖ ਜਾਂਚ ਏਜੰਸੀਆਂ ਨੂੰ ਉਸ ਦੇ ਬੂਹੇ ਤੇ ਲੈ ਪਹੁੰਚਿਆ। ਅਮਰੀਕਾ ਦੇ ਦੋ ਨਾਮੀ ਅਖਬਾਰਾਂ ਨੇ ਇਸ ਸ਼ਰਤ ਤੇ ਉਸ ਦਾ ਐਂਟੀ ਟੈਕਨੋਲੋਜੀ ਮੈਨੀਫੈਸਟੋ ਛਾਪਿਆ ਸੀ ਕਿ ਉਹ ਹੋਰਾਂ ਲੋਕਾਂ ਨੂੰ ਨਹੀਂ ਮਾਰੇਗਾ। ਲੇਖ ਵਿੱਚ ਉਸ ਵੱਲੋਂ ਇਸਤੇਮਾਲ ਕੀਤੇ ਗਏ ਕੁਝ ਖਾਸ ਤਰ੍ਹਾਂ ਦੇ ਸ਼ਬਦਾਂ ਦੀ ਸਭ ਤੋਂ ਪਹਿਲਾਂ ਪਛਾਣ ਉਸਦੇ ਭਰਾ ਦੀ ਪਤਨੀ ਨੇ ਕੀਤੀ ਸੀ, ਜਿਸ ਨੂੰ ਉਹ ਕਦੇ ਮਿਲਿਆ ਤੱਕ ਨਹੀਂ ਸੀ। BBC ਨਿਊਜ਼ ਨਾਈਟ ਦੇ ਕ੍ਰਿਸ਼ਨਨ ਗੁਰੂ ਮੂਰਤੀ ਕਹਿੰਦੇ ਨੇ ਕਿ ਇੱਕ ਪੜ੍ਹਿਆ ਲਿਖਿਆ ਸ਼ਖਸ ਜੋ ਸਭ ਕੁਝ ਛੱਡ ਕੇ ਜੰਗਲਾਂ ਦੇ ਵਿੱਚ ਰਹਿਣ ਲੱਗਾ, ਉਸਨੇ ਖੁਦ ਆਪਣੇ ਘਰ ਤੱਕ ਪਹੁੰਚਣ ਦੇ ਨਿਸ਼ਾਨ ਛੱਡ ਦਿੱਤੇ ਸਨ। FBI ਨੇ ਯੂਨਾ ਬੌਂਬ ਕੋਡ ਨਾਲ ਆਪਰੇਸ਼ਨ ਚਲਾਇਆ। ਯੂਨਾ ਬੌਂਬਰ ਦੀ ਤਲਾਸ਼ ਉਦੋਂ ਸ਼ੁਰੂ ਹੋਈ ਜਦੋਂ ਘਰ ਦੇ ਵਿੱਚ ਸਧਾਰਨ ਤਰੀਕੇ ਨਾਲ ਬਣਾਇਆ ਗਿਆ ਬੰਬ ਇਲੀਨੋਇਸ ਸਥਿਤ ਨਾਰਥ ਵੈਸਟਰਨ ਯੂਨੀਵਰਸਿਟੀ ਭੇਜਿਆ ਗਿਆ। ਕਰੀਬ 1 ਸਾਲ ਬਾਅਦ ਅਜਿਹਾ ਹੀ ਦੂਜਾ ਹਮਲਾ ਹੋਇਆ। ਨਵੰਬਰ 1979 ਦੇ ਵਿੱਚ ਉਸ ਵੱਲੋਂ ਅਮਰੀਕੀ 에ਅਰਲਾਈਨਸ ਦੀ ਉਡਾਨ 'ਚ ਭੇਜਿਆ ਬੰਬ ਫਟਿਆ। ਹਾਲਾਂਕਿ ਇਹ ਬੰਬ ਉਸ ਦੀ ਉਮੀਦ ਮੁਤਾਬਕ ਨੁਕਸਾਨ ਨਹੀਂ ਕਰ ਸਕਿਆ, ਪਰ ਇਸ ਦੇ ਧੂਏ ਦੇ ਕਰਕੇ 12 ਲੋਕਾਂ ਦਾ ਸਾਹ ਲੈਣ ਦੇ ਵਿੱਚ ਤਕਲੀਫ ਕਰਕੇ ਇਲਾਜ ਕਰਨਾ ਪਿਆ, ਕਿਉਂਕਿ ਉਸ ਦਾ ਨਿਸ਼ਾਨਾ ਸਿਰਫ ਯੂਨੀਵਰਸਿਟੀ ਤੇ 에ਅਰਲਾਈਨ ਸਨ। ਇਸ ਲਈ FBI ਨੇ ਉਸ ਨੂੰ ਯੂਨਾ ਬੌਂਬ ਕੋਡ ਦਿੱਤਾ। ਅਗਲੇ ਕਈ ਸਾਲਾਂ ਦੌਰਾਨ ਉਸਨੇ ਸੁਧਰੀ ਹੋਈ ਤਕਨੀਕ ਦੇ ਨਾਲ ਬਣਾਏ ਬੰਬਾਂ ਜ਼ਰੀਏ 13 ਹੋਰ ਹਮਲੇ ਕੀਤੇ, ਜਿਨ੍ਹਾਂ ਵਿੱਚ 3 ਲੋਕ ਮਾਰੇ ਗਏ। ਕੰਪਿਊਟਰ ਦੁਕਾਨ ਦੇ ਮਾਲਕ ਹਿਊਗ ਸਕਰੂਟਨ, ਵਿਗਿਆਪਨ ਐਗਜ਼ੀਕਿਊਟਿਵ ਥਾਮਸ ਮੋਸਰ ਤੇ ਲੱਕੜ ਉਦਯੋਗ ਦੇ ਲੋਬਿਸਟ ਗਿਲਬਰਟ ਜੋ ਨੇ ਉਹ ਮਰ ਗਏ। ਉਸ ਵੱਲੋਂ ਟਾਰਗੇਟ ਕੀਤੇ ਜਾ ਰਹੇ ਲੋਕਾਂ ਪਿੱਛੇ ਕੋਈ ਪੈਟਰਨ ਨਜ਼ਰ ਨਹੀਂ ਸੀ ਆਉਂਦਾ ਤੇ ਉਸ ਵੱਲੋਂ ਬਣਾਏ ਗਏ ਬੰਬ ਸਧਾਰਨ ਚੀਜ਼ਾਂ ਜਿਵੇਂ ਲੱਕੜ, ਲੈਂਪ ਦੀਆਂ ਤਾਰਾਂ ਨਾਲ ਬਣਾਏ ਜਾਂਦੇ ਸਨ। ਇਸ ਕਰਕੇ ਜਾਂਚ ਅਧਿਕਾਰੀਆਂ ਦੇ ਕੋਲ ਉਸ ਤੱਕ ਪਹੁੰਚਣ ਲਈ ਬਹੁਤ ਘੱਟ ਸੁਰਾਗ ਹੁੰਦੇ ਸਨ। FBI ਦੇ ਚੀਫ ਬੈਲਿਸਟਿਕਸ ਜਾਂਚ ਅਧਿਕਾਰੀ ਕ੍ਰਿਸ ਰੋਨੇ ਉਸ ਨੂੰ ਰੀਸਾਈਕਲ ਬੰਬਰ ਕਹਿੰਦੇ ਸਨ। 1996 ਦੇ ਵਿੱਚ ਉਹਨਾਂ ਨੇ BBC ਨੂੰ ਦੱਸਿਆ ਕਿ ਉਹ ਕੂੜੇਦਾਨ 'ਚੋਂ ਇਸਤੇਮਾਲ ਹੋ ਚੁੱਕੀਆਂ ਚੀਜ਼ਾਂ ਲੱਭਦਾ ਤੇ ਇਹਨਾਂ ਦਾ ਇਸਤੇਮਾਲ ਕਰਕੇ ਇੱਕ ਬੰਬਨੁਮਾ ਚੀਜ਼ ਤਿਆਰ ਕਰ ਲੈਂਦਾ। ਆਪਣੇ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਜਾਇਜ਼ ਠਹਿਰਾਉਣ ਦੇ ਲਈ ਅਪ੍ਰੈਲ 1995 ਦੇ ਵਿੱਚ ਯੂਨਾ ਬੌਂਬਰ ਨੇ ਨਿਊਯਾਰਕ ਟਾਈਮਜ਼ ਤੇ ਵਾਸ਼ਿੰਗਟਨ ਪੋਸਟ ਨੂੰ 35,000 ਸ਼ਬਦਾਂ ਦਾ ਇੱਕ ਅਕਾਦਮਿਕ ਲੇਖ ਭੇਜਿਆ, ਜਿਸ ਦਾ ਸਿਰਲੇਖ ਸੀ ਇੰਡਸਟਰੀਅਲ ਸੁਸਾਇਟੀ ਐਂਡ ਇਟਸ ਫਿਊਚਰ। ਇਸ ਲੇਖ ਦੇ ਵਿੱਚ ਉਸਨੇ ਤਰਕ ਦਿੱਤੇ ਕਿ ਆਧੁਨਿਕ ਜੀਵਨ ਨੇ ਮਨੁੱਖੀ ਆਜ਼ਾਦੀ ਤੇ ਸ਼ਾਂਤੀ ਨੂੰ ਖਤਮ ਕਰ ਦਿੱਤਾ ਤੇ ਉਸਨੇ ਦਾਅਵਾ ਕੀਤਾ ਕਿ ਤਕਨੀਕ ਸਿਸਟਮ ਨੂੰ ਖਤਮ ਕਰਕੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਮਨੋਵਿਗਿਆਨਿਕ ਤੇ ਸਮਾਜਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਉਸਨੇ ਸ਼ਰਤ ਰੱਖੀ ਕਿ ਜੇਕਰ ਉਸਦਾ ਇਹ ਲੇਖ ਅਮਰੀਕਾ ਦੇ 2 ਨਾਮੀ ਅਖਬਾਰਾਂ ਵੱਲੋਂ ਛਾਪਿਆ ਜਾਂਦਾ ਹੈ ਤਾਂ ਉਹ ਹੋਰ ਕਤਲ ਕਰਨੇ ਛੱਡ ਦੇਗਾ। 2016 ਵਿੱਚ ਵਾਸ਼ਿੰਗਟਨ ਪੋਸਟ ਦੇ ਪ੍ਰਕਾਸ਼ਕ ਡੋਨਲਡ ਗ੍ਰਾਹਮ ਨੇ BBC ਨੂੰ ਕਿਹਾ ਕਿ ਇਸ ਮੰਗ ਨੂੰ ਲੈ ਕੇ ਸ਼ੁਰੂਆਤੀ ਚਿੰਤਾ ਜਾਇਜ਼ ਸੀ। ਜੇਕਰ ਤੁਸੀਂ ਇਸ ਮੰਗ ਅੱਗੇ ਚੁੱਕ ਜਾਂਦੇ ਤੇ ਲੇਖ ਪ੍ਰਕਾਸ਼ਿਤ ਕਰਨ ਦੇ ਲਈ ਤਿਆਰ ਹੋ ਜਾਂਦੇ ਤਾਂ ਉਹ ਹੋ ਸਕਦਾ ਸੀ ਕਿ ਭਵਿੱਖ ਦੇ ਵਿੱਚ ਅਜਿਹੇ ਲੇਖ ਛਾਪਣ ਵਰਗੀਆਂ ਹੋਰ ਮੰਗਾਂ ਉੱਠਣ ਲੱਗਦੀਆਂ। FBI ਦੇ ਸਪੈਸ਼ਲ ਏਜੰਟ ਟੈਰੀ ਤੁਰਕੀ ਨੇ BBC ਨੂੰ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਜਾਂਚ ਅਧਿਕਾਰੀਆਂ ਦਾ ਮੰਨਣਾ ਸੀ ਕਿ ਇਹ ਮੈਨੀਫੈਸਟੋ ਨੂੰ ਛਾਪਣਾ ਗਲਤੀ ਹੋਵੇਗੀ, ਕਿਉਂਕਿ ਇਹ ਬਹੁਤ ਹੀ ਅਜੀਬ ਤੇ ਹੱਦੋਂ ਵੱਧ ਸੀ। ਪਰ ਫਿਰ ਉਹਨਾਂ ਨੇ ਮੁੜ ਆਪਣਾ ਫੈਸਲਾ ਵਿਚਾਰਿਆ। ਉਹਨਾਂ ਨੇ ਸੋਚਿਆ ਕਿ ਜੇ ਇਹ ਮੈਨੀਫੈਸਟੋ ਛਾਪਿਆ ਤਾਂ ਲਗਭਗ ਯਕੀਨੀ ਹੈ ਕਿ ਕੋਈ ਨਾ ਕੋਈ ਇਸ ਦੇ ਪਿੱਛੇ ਦੀ ਆਵਾਜ਼ ਨੂੰ ਪਛਾਣ ਲਏਗਾ, ਕਿਉਂਕਿ ਇਹ ਸ਼ਬਦ ਬਹੁਤ ਹੀ ਜਜ਼ਬਾਤੀ ਨੇ। 3 ਮਹੀਨੇ ਦੀ ਗੰਭੀਰ ਚਰਚਾ ਤੋਂ ਬਾਅਦ FBI ਦੀ ਸਲਾਹ ਤੇ ਅਖਬਾਰਾਂ ਦੇ ਮੁਖੀਆਂ ਦੇ ਵੱਲੋਂ ਇਹ ਮੈਨੀਫੈਸਟੋ ਛਾਪਣ ਦਾ ਫੈਸਲਾ ਲਿਆ ਗਿਆ। ਕਈ ਅਮਰੀਕੀ ਇਹ ਸੋਚਦੇ ਰਹੇ ਕਿ ਇਹ ਇੱਕ ਭਗੌੜਾ ਜਿਸ ਦੀ ਹੁੱਡ ਪੈਨੀ ਤਸਵੀਰ ਕਈ FBI ਪੋਸਟਰਾਂ ਤੇ ਦਿਖਾਈ ਦਿੰਦੀ ਸੀ, ਉਸ ਨੂੰ ਅਜਿਹਾ ਮੌਕਾ ਕਿਉਂ ਦਿੱਤਾ ਗਿਆ ਜਿਸ ਨੂੰ ਹਰ ਅਤਵਾਦੀ ਤੋਹਫਾ ਸਮਝਦਾ ਹੈ। ਆਪਣੇ ਵਿਚਾਰ ਫੈਲਾਉਣ ਦੇ ਲਈ ਇੱਕ ਜਨਤਕ ਮੰਚ
ਯੂਨਾ ਬੌਂਬਰ ਦੀ ਪਹਿਚਾਣ ਕਰਨ ਤੇ ਉਸ ਨੂੰ ਸਜ਼ਾ ਤੱਕ ਪਹੁੰਚਾਉਣ ਦੇ ਲਈ FBI ਵੱਲੋਂ $1 ਮਿਲੀਅਨ ਦੇ ਇਨਾਮ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ। 1993 ਦੇ ਵਿੱਚ ਉਸ ਵੱਲੋਂ ਜਾਰੀ ਕੀਤੀ ਟੋਲ ਫ੍ਰੀ ਹੌਟਲਾਈਨ 1800-701 ਬੌਂਬ ਤੇ 50,000 ਤੋਂ ਵੱਧ ਟਿਪਸ ਆਈਆਂ ਸਨ। ਮੈਨੀਫੈਸਟੋ ਵਿੱਚ ਮਿਲੇ ਨਵੇਂ ਸੁਰਾਗਾਂ ਦੇ ਨਾਲ ਇਸ ਰਹੱਸਮਈ ਬੌਂਬਰ ਦੀ ਤਸਵੀਰ ਹੋਰ ਸਪਸ਼ਟ ਹੋਣ ਲੱਗੀ। ਗੁਰੂ ਮੂਰਤੀ ਨੇ BBC ਨਿਊਜ਼ ਨਾਈਟ ਨੂੰ ਕਿਹਾ ਕਿ ਯੂਨਾ ਬੌਂਬਰ ਦਾ ਹੰਕਾਰ ਸੀ ਸ਼ਾਇਦ ਉਸ ਦੀ ਬਰਬਾਦੀ ਦੀ ਵਜ੍ਹਾ ਬਣਿਆ। ਉਹਨਾਂ ਨੇ ਦੱਸਿਆ ਕਿ ਇਸ ਮੈਨੀਫੈਸਟੋ ਦੇ ਵਿੱਚ ਲਿਖੀਆਂ ਵਿਚਾਰਧਾਰਾਵਾਂ ਕਰਕੇ ਹੌਲੀ-ਹੌਲੀ ਇਸ ਬੌਂਬਰ ਵੱਲੋਂ ਨਾਮੀ ਵਿਗਿਆਨੀ ਨੂੰ ਲਿਖੇ ਪੱਤਰਾਂ ਦੇ ਆਧਾਰ ਦੇ ਉੱਤੇ ਉਸਦੇ ਵਿਦਿਅਕ ਪਿਛੋਕੜ ਬਾਰੇ ਜਾਣਕਾਰੀ ਮਿਲਣ ਲੱਗੀ। ਉਸ ਤੋਂ ਬਾਅਦ FBI ਯੂਨਾ ਬੌਂਬ ਟਾਸਕ ਫੋਰਸ ਵੱਲੋਂ 200 ਗੰਭੀਰ ਸ਼ੱਕੀਆਂ ਦੀ ਇੱਕ ਸੂਚੀ ਤਿਆਰ ਕੀਤੀ ਗਈ। ਇਹਨਾਂ ਦੇ ਵਿੱਚੋਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ 5 ਸ਼ੱਕੀਆਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਗਈ ਕਿਉਂਕਿ ਜਾਂਚ ਅਧਿਕਾਰੀਆਂ ਨੂੰ ਲੱਗਦਾ ਸੀ ਕਿ ਮੁਲਜ਼ਮ ਇਥੋਂ ਦਾ ਹੋ ਸਕਦਾ ਹੈ। ਇਸ ਕੇਸ ਦੇ ਵਿੱਚ ਅਹਿਮ ਸੁਰਾਗ ਇੱਕ ਅਜਿਹੇ ਸਰੋਤ ਨੂੰ ਮਿਲਿਆ ਜਿਸ ਤੋਂ ਕਿਸੇ ਨੂੰ ਉਮੀਦ ਨਹੀਂ ਸੀ ਤੇ ਇੱਕ ਅਮਰੀਕੀ ਨਾਗਰਿਕ ਜੋ ਆਪਣੇ ਪ੍ਰਤੀ ਡੇਵਿਡ ਕਜ਼ੈਂਸਕੀ ਨਾਲ ਫਰਾਂਸ ਵਿੱਚ ਛੁੱਟੀਆਂ ਮਨਾ ਰਿਹਾ ਸੀ। ਲਿੰਡਾ ਪੈਟਰਿਕ ਜੋ ਮਨੋਵਿਗਿਆਨਿਕ ਪ੍ਰੋਫੈਸਰ ਸਨ, ਪੈਰਿਸ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਅੰਗਰੇਜ਼ੀ ਅਖਬਾਰ ਦ ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਦੇ ਵਿੱਚ ਯੂਨਾ ਬੌਂਬਰ ਨੂੰ ਲੈ ਕੇ ਛਪ ਰਹੇ ਲੇਖਾਂ ਨੂੰ ਲਗਾਤਾਰ ਪੜ੍ਹ ਰਹੇ ਸਨ। 2016 ਦੇ ਵਿੱਚ ਉਹਨਾਂ ਨੇ BBC ਨੂੰ ਦੱਸਿਆ ਕਿ ਤਕਰੀਬਨ ਰੋਜ਼ਾਨਾ ਮੈਂ ਇਹਨਾਂ ਲੇਖਾਂ ਨੂੰ ਦੇਖਦੀ ਸੀ ਤੇ ਸੋਚਦੀ ਸੀ ਕਿ ਇਹ ਵਿਚਾਰ ਡੇਵ ਦੇ ਭਰਾ ਨਾਲ ਮੇਲ ਖਾਂਦੇ ਨੇ। ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਸ਼ੱਕੀ ਤਰਖਾਨ ਦਾ ਕੰਮ ਜਾਣਦਾ ਹੈ। ਇੱਕ ਹੋਰ ਰਿਪੋਰਟ ਵਿੱਚ ਉਸਦੀ ਤਕਨੀਕ ਪ੍ਰਤੀ ਨਫ਼ਰਤ ਉਜਾਗਰ ਕੀਤੀ ਗਈ। ਹੋਰਨਾਂ ਰਿਪੋਰਟਾਂ ਦੇ ਵਿੱਚ ਉਹਨਾਂ ਥਾਵਾਂ ਦੇ ਨਾਂ ਦੱਸੇ ਗਏ ਜਿੱਥੇ ਇਹ ਬੰਬ ਵਿਸਫੋਟ ਹੋਏ ਸਨ। ਇਹ ਸਾਰੀਆਂ ਉਹ ਥਾਵਾਂ ਸਨ ਜਿੱਥੇ ਡੇਵਿਡ ਦਾ ਭਰਾ ਜਾਂ ਰਹਿੰਦਾ ਸੀ ਜਾਂ ਫਿਰ ਕੰਮ ਕਰਦਾ ਸੀ। ਇਹਨਾਂ तमाम ਸੁਰਾਗਾਂ ਨੂੰ ਇਕੱਠੇ ਜੋੜ ਕੇ ਦੇਖਣ ਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ। ਉਹ ਆਪਣੇ ਪਤੀ ਨੂੰ ਇਹ ਪੁੱਛਣ ਨੂੰ ਮਜਬੂਰ ਹੋ ਗਈ ਕਿ ਇਹ ਮੁਮਕਿਨ ਹੈ ਕਿ ਤੁਹਾਡਾ ਭਰਾ ਯੂਨਾ ਬੌਂਬਰ ਹੋ ਸਕਦਾ ਹੈ। ਪੈਟਰਿਕ ਦੱਸਦੇ ਨੇ ਕਿ ਡੇਵਿਡ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸੱਚ ਹੋ ਸਕਦਾ ਹੈ, ਪਰ ਜਦੋਂ ਉਸਨੇ ਮੈਨੀਫੈਸਟੋ ਪੜ੍ਹਿਆ ਤਾਂ ਹੈਰਾਨ ਰਹਿ ਗਿਆ। ਉਹ ਦੱਸਦੇ ਨੇ ਕਿ ਡੇਵ ਕੰਪਿਊਟਰ ਸਕਰੀਨ ਤੇ ਦੇਖ ਰਿਹਾ ਸੀ। ਮੈਂ ਦੇਖ ਸਕਦੀ ਸੀ ਕਿ ਮੈਨੀਫੈਸਟੋ ਦਾ ਪਹਿਲਾ ਪੇਜ ਪੜ੍ਹਦਿਆਂ ਹੀ ਉਸਦੇ ਚਿਹਰੇ ਦੀ ਰੰਗਤ ਉੱਡ ਗਈ। ਡੇਵਿਡ ਨੇ BBC ਨੂੰ ਦੱਸਿਆ ਕਿ ਇਹ ਮੇਰੇ ਲਈ ਬਹੁਤ ਡਰਾਉਣਾ ਸੀ। ਮੈਂ ਵਾਕਈ ਇਸ ਸੰਭਾਵਨਾ ਬਾਰੇ ਸੋਚਣ ਲੱਗਾ ਕਿ ਮੇਰਾ ਭਰਾ ਸੀਰੀਅਲ ਕਿਲਰ ਹੋ ਸਕਦਾ ਹੈ। ਅਮਰੀਕਾ ਦਾ ਮੋਸਟ ਵਾਂਟਡ ਸ਼ਖਸ ਜਾਂ ਸ਼ਾਇਦ ਪੂਰੀ ਦੁਨੀਆ ਦਾ। ਪਰਿਵਾਰ ਲਈ ਸਥਿਤੀ ਬੇहद ਦੁਚਿੱਤੀ ਵਾਲੀ ਸੀ। ਜੇ ਉਹ ਚੁੱਪ ਰਹਿੰਦੇ ਤਾਂ ਹੋਰ ਜਾਨਾਂ ਜਾ ਸਕਦੀਆਂ ਸਨ, ਪਰ ਜੇ ਟੇਡ ਸੱਚਮੁੱਚ ਯੂਨਾ ਬੌਂਬਰ ਨਿਕਲਦਾ ਤਾਂ ਉਸ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਡੇਵਿਡ ਨੇ ਕਿਹਾ ਕਿ ਮੈਂ ਆਪਣੀ ਬਾਕੀ ਜ਼ਿੰਦਗੀ ਇਹ ਸੋਚਦੇ ਬਿਤਾ ਸਕਦਾ ਕਿ ਮੇਰੇ ਹੱਥਾਂ ਤੇ ਮੇਰਾ ਭਰਾ ਦਾ ਖੂਨ ਲੱਗਾ ਹੈ। ਯੂਨਾ ਬੌਂਬਰ ਦੀ 17 ਸਾਲ ਚੱਲੀ ਲੰਮੀ ਤਲਾਸ਼ ਦੌਰਾਨ ਥੀਓਡਰ ਕਜ਼ੈਂਸਕੀ ਯੂਨਾ ਬੌਂਬ ਸ਼ੱਕੀ ਨੰਬਰ 2416 ਸੀ। FBI ਦੀ ਸਪੈਸ਼ਲ ਏਜੰਟ ਡਾਕਟਰ ਕੈਥਲੀਨ ਪਕੇਟ ਨੇ 2025 ਦੇ ਵਿੱਚ BBC ਵਿਟਨੈਸ ਹਿਸਟਰੀ ਨੂੰ ਦੱਸਿਆ ਸ਼ਿਕਾਗੋ ਵਿੱਚ ਪਰਿਵਾਰ ਦੇ ਘਰ ਵਿੱਚ ਉਹਨਾਂ ਦੀ ਮਾਂ ਵੱਲੋਂ ਰੱਖਿਆ ਇੱਕ ਟਰੰਕ ਸੀ ਤੇ ਉਸ ਟਰੰਕ ਦੇ ਵਿੱਚ ਸਾਨੂੰ ਮੈਨੀਫੈਸਟੋ ਦੀਆਂ ਹੱਥੀਂ ਲਿਖੀਆਂ ਅਸਲ ਕਾਪੀਆਂ ਵੀ ਮਿਲੀਆਂ। ਇਹ ਲੇਖ 1971 ਵਿੱਚ ਕਜ਼ੈਂਸਕੀ ਵੱਲੋਂ ਲਿਖਿਆ ਗਿਆ ਸੀ ਤੇ ਇਸ ਦੇ ਜ਼ਿਆਦਾਤਰ ਵਿਚਾਰ ਮੈਨੀਫੈਸਟੋ ਨਾਲ ਮੇਲ ਖਾਂਦੇ ਸਨ। ਜਾਂਚ ਅਧਿਕਾਰੀਆਂ ਕੋਲ ਹੁਣ ਇੰਨੇ ਸਬੂਤ ਸਨ ਕਿ ਉਹ ਕਜ਼ੈਂਸਕੀ ਦੇ ਬਿਨਾਂ ਪਾਣੀ ਤੇ ਬਿਜਲੀ ਕਨੈਕਸ਼ਨ ਵਾਲੇ ਲੱਕੜ ਦੇ ਬਣੇ ਘਰ ਦੀ ਤਲਾਸ਼ੀ ਲੈ ਸਕਣ। ਪਕੇਟ ਮੁਤਾਬਿਕ ਉਸ ਦਾ ਲੱਕੜ ਦਾ ਘਰ ਸਬੂਤਾਂ ਨਾਲ ਭਰਿਆ ਹੋਇਆ ਸੀ ਤੇ ਇਹ ਸਾਡੇ ਲਈ ਕਿਸੇ ਸੋਨੇ ਦੀ ਖਦਾਨ ਵਰਗਾ ਸੀ। ਜਾਂਚ ਅਧਿਕਾਰੀਆਂ ਨੂੰ ਉੱਥੇ ਬੰਬ ਬਣਾਉਣ ਵਾਲੀ ਸਮੱਗਰੀ 40,000 ਪੰਨਿਆਂ ਦੇ ਹੱਥੀਂ ਲਿਖੇ ਜਰਨਲ ਜਿਨ੍ਹਾਂ ਦੇ ਵਿੱਚ ਬੰਬ ਬਣਾਉਣ ਲਈ ਕੀਤੇ ਪ੍ਰਯੋਗਾਂ ਤੇ ਯੂਨਾ ਬੌਂਬਰ ਦੇ ਅਪਰਾਧਾਂ ਦੀਆਂ ਕਹਾਣੀਆਂ ਦਰਜ ਸਨ। ਇਸ ਤੋਂ ਇਲਾਵਾ ਇੱਕ ਜ਼ਿੰਦਾ ਬੰਬ ਵੀ ਮਿਲਿਆ ਜੋ ਮੇਲ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ। ਕਜ਼ੈਂਸਕੀ ਦੇ ਭਰਾ ਡੇਵਿਡ ਉਸ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਸਦਮੇ ਵਿੱਚ ਸਨ। 2006 ਦੇ ਵਿੱਚ BBC ਵਰਲਡ ਸਰਵਿਸ ਨੂੰ ਉਹਨਾਂ ਕਿਹਾ ਕਿ ਦੋ ਫੈਡਰਲ ਮਾਰਸ਼ਲਾਂ ਵੱਲੋਂ ਉਸ ਨੂੰ ਲੱਕੜ ਦੇ ਘਰ ਵਿੱਚ ਬਾਹਰ ਲਿਆਂਦਾ ਗਿਆ ਤੇ ਉਹ ਬਹੁਤ ਹੀ ਮਾੜੀ ਹਾਲਤ ਵਿੱਚ ਲੱਗ ਰਿਹਾ ਸੀ। ਉਹ ਬੇहद ਬੇਤਰਤੀਬ ਭਰਿਆ ਸੀ। ਉਸ ਦੇ ਕੱਪੜੇ ਫਟੇ ਹੋਏ ਸਨ। ਕਈ ਮਹੀਨਿਆਂ ਤੋਂ ਉਹ ਨਹਾਇਆ ਨਹੀਂ ਸੀ ਤੇ ਫਿਰ ਇਹ ਸੁਣਨਾ ਕਿ ਉਸ ਨੂੰ ਸੀਰੀਅਲ ਕਿਲਰ ਇੱਕ ਅਤਵਾਦੀ ਕਿਹਾ ਜਾ ਰਿਹਾ ਹੈ। ਲੋਕਾਂ ਕੋਲ ਜੋ ਜਾਣਕਾਰੀ ਸੀ ਉਹ ਮੇਰੀਆਂ ਯਾਦਾਂ ਨਾਲ ਮੇਲ ਨਹੀਂ ਖਾਂਦੀ ਸੀ। ਇੱਕ ਚੰਗਾ ਛੋਟਾ ਮੁੰਡਾ ਜੋ ਮੇਰਾ ਵੱਡਾ ਭਰਾ ਸੀ। ਜਲਦੀ ਕਜ਼ੈਂਸਕੀ ਦੇ ਪਿਛਲੇ ਜੀਵਨ ਨਾਲ ਜੁੜੀਆਂ ਤਸਵੀਰਾਂ ਤੇ ਜਾਣਕਾਰੀ ਸਾਹਮਣੇ ਆਉਣ ਲੱਗੀ। ਇੱਕ ਬੇਮਿਸਾਲ ਗਣਿਤਕਾਰ ਜਿਸ ਦਾ IQ 167 ਸੀ, ਬਿਨਾਂ 2 ਕਲਾਸਾਂ ਪੜ੍ਹੇ, ਮਹਿਜ਼ 16 ਸਾਲ ਦੀ ਉਮਰ 'ਚ ਉਸਦਾ ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਹੋ ਗਿਆ ਸੀ। ਉਸਦੇ ਸਾਬਕਾ ਪ੍ਰੋਫੈਸਰ ਪੀਟਰ ਡੁਰੇਨ ਮੁਤਾਬਿਕ ਉਸ ਕੋਲ ਬਹੁਤ ਸਾਰੇ ਚੰਗੇ ਸੁਝਾਅ ਸਨ। ਉਹ ਅਸਲ ਗਣਿਤਕਾਰ ਸੀ ਤੇ ਆਪਣੇ ਅਧਿਐਨ ਦੇ ਆਧਾਰ ਦੇ ਉੱਤੇ ਉਸਨੂੰ ਬਰਕਲੇ ਦੇ ਵਿੱਚ ਨੌਕਰੀ ਵੀ ਮਿਲ ਗਈ ਸੀ ਤੇ ਉਸ ਉਮੀਦ ਸੀ ਕਿ ਗਣਿਤ ਦੇ ਖੇਤਰ ਵਿੱਚ ਉਸਦਾ ਸ਼ਾਨਦਾਰ ਭਵਿੱਖ ਹੋਏਗਾ। ਗੁਰਮੂਰਤੀ ਕਹਿੰਦੇ ਨੇ ਕਿ ਪਰ ਕਿਸੇ ਵਾਕਿਆ ਨੇ ਕਜ਼ੈਂਸਕੀ ਦਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ। ਜਿਸ ਅਨੁਸ਼ਾਸਨ ਦਾ ਉਹ ਮਾਹਰ ਸੀ ਹੁਣ ਉਸਦਾ ਵਿਰੋਧੀ ਹੋ ਗਿਆ ਤੇ 2 ਸਾਲਾਂ ਦੇ ਅੰਦਰ ਹੀ ਆਪਣੀ ਪੜ੍ਹਾਈ ਵੀ ਛੱਡ ਦਿੱਤੀ। ਯੂਟਾ ਦੇ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਹ ਮੋਟਨਾਲਾ ਚਲਾ ਗਿਆ ਜਿੱਥੇ ਉਸਨੇ ਲਗਭਗ 1000 ਲੋਕਾਂ ਦੀ
ਆਬਾਦੀ ਵਾਲੇ ਪਿੰਡ ਦੇ ਵਿੱਚ ਇਕੱਲੇਪਨ ਵਾਲੀ ਜ਼ਿੰਦਗੀ ਸ਼ੁਰੂ ਕੀਤੀ। ਗੁਰਮੂਰਤੀ ਨੇ ਅੱਗੇ ਕਿਹਾ ਕਿ ਸਪਸ਼ਟ ਸੀ ਕਿ ਉਸ ਦਾ ਦਿਮਾਗ ਅਸਧਾਰਨ ਸੀ, ਪਰ ਜੇ ਜਾਂਚ ਅਧਿਕਾਰੀ ਸਹੀ ਨੇ ਤਾਂ ਇਸ ਦਾ ਇਸਤੇਮਾਲ ਅਜਿਹੇ ਵਿਅਕਤੀ ਦੇ ਗੁੱਸੇ ਨੂੰ ਹੋਰ ਵੀ ਵਧਾਉਣ ਦੇ ਲਈ ਹੀ ਵਰਤਿਆ ਗਿਆ, ਜਿਸ ਨੂੰ ਆਪਣੇ ਕੰਮ ਤੋਂ ਨਫ਼ਰਤ ਸੀ। ਕਜ਼ੈਂਸਕੀ ਨੂੰ 1996 ਵਿੱਚ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਉਸਨੇ ਅਗਲੇ 3 ਦਹਾਕੇ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬਿਤਾਏ, ਮੁੱਖ ਤੌਰ ਤੇ ਕੋਲੋਰਾਡੋ ਦੇ ਫਲੋਰੈਂਸ ਦੇ ਵਿੱਚ ਸਥਿਤ ਫੈਡਰਲ ਸੁਪਰਮੈਕਸ ਜੇਲ੍ਹ ਵਿੱਚ ਉਸਦਾ ਇੰਟਰਵਿਊ ਕਰਨ ਵਾਲੇ ਮਨੋਚਿਕਿਤਸਕ ਨੇ ਉਸਨੂੰ ਪੈਰਾਨਾਇਡ ਸਕਿਜ਼ੋਫਰੇਨਿਕ ਕਰਾਰ ਦਿੱਤਾ ਤੇ ਦਾਅਵਾ ਕੀਤਾ ਕਿ ਉਸਨੂੰ ਹਮੇਸ਼ਾ ਤੋਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ। 1999 ਦੇ ਵਿੱਚ ਟਾਈਮ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਸਹੀ ਮਾਨਸਿਕ ਹਾਲਾਤ ਦੇ ਵਿੱਚ ਹਾਂ। ਲਗਾਤਾਰ ਸਿਹਤ ਦੇ ਵਿੱਚ ਹੋ ਰਹੇ ਨਿਘਾਰ ਕਰਕੇ ਸਾਲ 2023 ਵਿੱਚ 81 ਸਾਲ ਦੀ ਉਮਰ ਵਿੱਚ ਉਸਨੇ ਖੁਦਕੁਸ਼ੀ ਕਰ ਲਈ ਸੀ। ਫਤਿਹ ਮੀਡੀਆ 5 ਦੀ ਖਾਸ ਰਿਪੋਰਟ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ।